ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਰੂਪ ਪਖੰਡੀ ਸਾਧ ਵੱਲੋਂ ਬੋਰੇ ਵਿੱਚ ਪਾ ਕੇ ਬੇਅਦਬੀ ਕੀਤੀ ਗਈ ਸੀ, ਉੱਥੇ ਆਪਣੇ ਸਿੰਘ ਗਏ ਹੋਏ ਆ। ਉਹ ਕੁਝ ਮੁਸ਼ਕਲ 'ਚ ਹੈਗੇ ਨੇ ਰਾਤ ਦੇ। ਸੋ ਮੇਰੀ ਬੇਨਤੀ ਆ ਵੀ ਇਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ, ਸੰਗਤ ਹੋਰ ਜੁੜੋ, ਕਿਉਂਕਿ ਅਸੀਂ ਹੋਰ ਮੁੱਦਿਆਂ ਦੇ ਉੱਤੇ ਬਹੁਤ ਜਾਣੇ ਜੁੜ ਜਾਂਦੇ ਹੁੰਦੇ ਆ, ਬਹੁਤ ਕੁਝ ਕਰਦੇ ਰਹਿੰਦੇ ਆ। ਸਤਿਗੁਰੂ ਪਾਤਸ਼ਾਹ ਤਾਂ ਹੀ ਕਰਾਂਗੇ ਜੇ ਕੁਝ ਨਾ ਕੁਝ ਸੰਗਤਾਂ ਇਹਦੇ ਨਾਲ ਜੁੜਨ, ਕਿਉਂਕਿ ਦੇਖੋ ਅਸੀਂ ਇੱਕ ਮਾਤੜ ਸਿੱਖ ਹੈਗੇ ਆ। ਸਾਡੇ ਕੋਲ ਕੋਈ ਬਹੁਤੀ ਸਰਮਾਏ ਪੂੰਜੀ ਨਹੀਂ ਹੈਗੀ ਕਿ ਅਸੀਂ ਜਾ ਕੇ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸ ਵਿੱਚ ਆਪਦੀ ਗੱਲ ਰੱਖ ਸਕੀਏ। ਇਹ ਇੱਕ ਸਾਧਨ ਜਿਹੜਾ ਹੈਗਾ ਆ ਗੁਰੂ ਸਾਹਿਬ ਦੀ ਅਦਬ ਸਤਿਕਾਰ ਵਾਸਤੇ ਆਪਾਂ ਨੂੰ ਇਹ ਸਾਧਨ ਨੂੰ ਅੱਜ ਵਰਤ ਲੈਣਾ ਚਾਹੀਦਾ ਆ। ਸੋ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਜਿਹੜੇ ਸਾਡੇ ਵੀਰ ਉੱਥੇ ਗਏ ਆ, ਇੱਥੋਂ 2500-2700 ਕਿਲੋਮੀਟਰ ਦੂਰ ਦੇ ਉੱਤੇ ਭਾਈ ਦਵਿੰਦਰ ਸਿੰਘ ਤੇ ਹੋਰ ਵੀਰ 2-3 ਸਿੰਘ ਉਹਨਾਂ ਦੇ ਨਾਲ ਹੈਗੇ ਆ, ਉਹ ਉੱਥੇ ਪਹੁੰਚ ਗਏ ਹੋਏ ਆ ਜਿੱਥੇ ਬੇਅਦਬੀ ਹੋਈ ਆ। ਪਰੰਤੂ ਹੈਰਾਨਗੀ ਦੀ ਗੱਲ ਆ ਵੀ ਪਹਿਲਾਂ ਤਾਂ ਸਾਧ ਉਹ ਨਹੀਂ ਮਿਲਿਆ, ਉੱਥੇ ਉਹਦੇ ਪਰਿਵਾਰ ਮਿਲਿਆ, ਉਹਦੀ ਧਰਮ ਪਤਨੀ ਮਿਲੀ, ਉਹਦਾ ਬੇਟਾ ਮਿਲਿਆ। ਪਰੰਤੂ ਸਿੰਘਾਂ ਨੇ ਉੱਥੇ ਬਹੁਤ ਕੋਸ਼ਿਸ਼ ਕੀਤੀ ਆ ਵੀ ਇਹ ਜਿਹੜਾ ਘੋਰ ਨਰਾਦਰ ਕੀਤਾ ਗਿਆ ਆ ਇਹਦੇ ਤੇ ਪਰਚਾ ਕੀਤਾ ਜਾਵੇ। ਪਰ ਅਫਸੋਸ ਦੀ ਗੱਲ ਆ ਵੀ ਜੋ ਹਾਲਾਤ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈਗੇ ਆ, ਉਹੋ ਹੀ ਹਾਲਾਤ ਉੱਥੇ ਤਖਤ ਸ੍ਰੀ ਪਟਨਾ ਸਾਹਿਬ ਬੋਰਡ ਦੇ ਵੀ ਉਹੀ ਹਾਲਾਤ ਆ। ਕਿਉਂਕਿ ਕੱਲ ਦੇ ਭਾਈ ਹਰਪ੍ਰੀਤ ਸਿੰਘ ਮਹੂ ਹੁਣਾਂ ਨੇ ਕਈਆਂ ਵੀਰਾਂ ਨੂੰ ਲਾਈਨ ਤੇ ਲਿਆ ਸੀਗਾ, ਪਰ ਸ਼ਾਹਾਂ ਦੇ ਆਕਿਆ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਜਿਹੜੀ ਕੋਈ ਕੱਲ ਟੀਮ ਬੋਰਡ ਵੱਲੋਂ ਤਖਤ ਸਾਹਿਬ ਵੱਲੋਂ ਆਈ ਹੈ, ਪਟਨਾ ਸਾਹਿਬ ਤਖਤ ਸਾਹਿਬ ਵੱਲੋਂ ਕੋਈ ਨੁਮਾਇੰਦੇ ਕੋਈ ਆਏ ਸੀਗੇ, ਪਰ ਉਹਨਾਂ ਨੇ ਹੈਰਾਨਗੀ ਦੀ ਗੱਲ ਆ, ਉਹਨਾਂ ਨੇ ਗੱਲ ਉੱਥੇ ਪਤਾ ਕਿਹੜੀ ਕੀਤੀ ਆ? ਕਹਿੰਦੇ ਜੀ 2200 ਏਕੜ ਜ਼ਮੀਨ ਹੈਗੀ ਆ ਗੁਰਦੁਆਰਾ ਸਾਹਿਬ ਦੀ ਇਹਦੀ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹਿਲੇ ਪਾਤਸ਼ਾਹ ਦੇ ਉੱਥੇ ਚਰਨ ਪਏ ਹੋਏ ਆ। ਤੇ ਅਸੀਂ ਤਾਂ ਜ਼ਮੀਨ ਦੀ ਗੱਲ ਕਰ ਰਹੇ ਹਾਂ, ਤੇ ਬਹੁਤ ਚੰਗੀ ਗੱਲ ਆ ਜੇ ਤੁਸੀਂ ਪੰਜਾਬ ਤੋਂ ਆਏ ਹੋਏ ਲੋਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਦੂਜੇ ਬੰਨੇ ਸ਼ਿਫਟ ਕਰ ਦਿਓ। ਸਿੰਘਾਂ ਨੇ ਸ਼ਿਫਟ ਤੇ ਕਰ ਲਿਆ ਹੋਇਆ, ਪਰ ਪ੍ਰੋਬਲਮ ਇਹ ਆ ਕਿ ਰਾਤ ਦਾ ਸਾਧ ਆਣ ਕੇ ਉਹਨਾਂ ਨੂੰ ਦੰਦਨਾ ਰਿਹਾ ਆ, ਡਰਾ ਰਿਹਾ ਆ, ਧਮਕਾ ਰਿਹਾ ਆ, ਏਰੀਆ ਦੂਜਾ ਹੋਣ ਕਰਕੇ। ਤੇ ਤਖਤ ਸ੍ਰੀ ਪਟਨਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈਗੀ ਆ, ਜਾਂ ਜਿਹੜਾ ਉਹਨਾਂ ਦਾ ਬੋਰਡ ਦਾ ਕੋਈ ਸਾਰੀਆਂ ਟੀਮ ਹੈਗੀ ਆ, ਉਹ ਕੋਈ ਵੀ ਸਿੰਘਾਂ ਦਾ ਉੱਥੇ ਸਾਥ ਨਹੀਂ ਦੇ ਰਹੇ। ਹੈਰਾਨੀ ਮੈਨੂੰ ਇਸ ਗੱਲ ਦੀ ਆ ਵੀ ਕੱਲ ਸਿੰਘਾਂ ਦੇ ਉੱਤੇ 57 ਕਰ ਦਿੱਤੀ ਹੋਈ ਆ ਇੱਕ ਰਾਤ ਵਾਸਤੇ, 57 ਸਿੰਘਾਂ ਦੇ ਉੱਤੇ ਪਰਚਾ ਕਰ ਦਿੱਤਾ ਹੋਇਆ ਆ। ਪਰ ਹੁਣ ਆਪਾਂ ਨੂੰ ਸੋਚਣਾ ਇਹ ਪਊਗਾ ਕਿ ਕੀ ਸਿੰਘਾਂ ਨੇ ਕਸੂਰ ਕੀ ਕੀਤਾ ਆ ਜਿਹੜੀ ਉਹਨਾਂ ਤੇ 57 ਕੀਤੀ ਆ। ਉਹ ਸਾਧ ਤੇ ਪਰਚਾ ਕਰਾਉਣ ਵਾਸਤੇ ਵੀਰੋ ਸਾਨੂੰ ਦੇਖੋ, ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਆ ਹੋਰ ਕੰਮਾਂ ਵਾਸਤੇ। ਅਸੀਂ ਇਕੱਠੇ ਹੋ ਕੇ, ਮੇਰਾ ਲਾਈਵ ਹੋਣ ਦਾ ਤੁਹਾਨੂੰ ਇਹੀ ਮਕਸਦ ਆ ਕਿ ਆਪਣੀਆਂ ਜਿਹੜੀਆਂ ਆਈਡੀਆਂ ਦੇ ਉੱਤੋਂ ਸਾਰੇ ਜਾਣੇ ਇਹ ਗੱਲ ਕਰੀਏ ਕਿ ਜਿਹੜਾ ਸਿੰਘਾਂ ਦੇ ਉੱਤੇ 57 ਦਾ ਪਰਚਾ ਕੀਤਾ ਗਿਆ ਨਜਾਇਜ਼ ਹੈਗਾ ਆ, ਸਾਧ ਉੱਤੇ ਪਰਚਾ ਕੀਤਾ ਜਾਣਾ ਚਾਹੀਦਾ ਆ। ਦੂਜੀ ਗੱਲ, ਸਤਿਗੁਰੂ ਸਾਹਿਬ ਦੇ ਪਾਵਨ ਪਿੱਤਰ ਸਰੂਪਾਂ ਦੀ ਜਿਹੜੀ ਗੱਲ ਹੈਗੀ ਆ, ਜਿਹੜੇ ਸਤਿਗੁਰੂ ਪਾਤਸ਼ਾਹ ਦੇ ਸਰੂਪ ਹੈਗੇ ਆ, ਉਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਛਪਾਈ ਹੈਗੀ, ਹੱਥ ਲਿਖਤ ਛਪਾਈ ਆ। ਉਹ ਇੱਕ ਅਨਮੋਲ ਖਜ਼ਾਨਾ ਹੈ, ਉਹਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਆ। ਪਰ ਮੁਸ਼ਕਿਲ ਇਹ ਆ ਕਿ ਉੱਥੋਂ ਸਰੂਪ ਲੈ ਕੇ ਕਿੱਦਾਂ ਆਉਂਦੇ ਜਾਣ। ਉਹਨਾਂ ਸਰੂਪਾਂ ਦਾ ਜੇ ਉਹ ਸਾਧ ਦੇ ਡੇਰੇ ਵਿੱਚੋਂ ਤਾਂ ਸਿੰਘਾਂ ਨੇ ਮਹਾਰਾਜ ਦੇ ਸਰੂਪ ਲੈ ਲਏ ਹੋਏ ਆ। ਨਾਲ ਹੀ ਤਖਤ ਸ੍ਰੀ ਪਟਨਾ ਸਾਹਿਬ ਦਾ ਗ੍ਰੰਥੀ ਸਾਹਿਬ ਹੈਗਾ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਆ। 3 ਸਾਲ ਹੋ ਗਏ ਤਖਤ ਸਾਹਿਬ ਵਾਲਿਆਂ ਨੂੰ ਉੱਥੇ ਪ੍ਰਕਾਸ਼ ਕੀਤੇ ਨੂੰ, ਪਰੰਤੂ ਅਫਸੋਸ ਦੀ ਗੱਲ ਆ ਕਿ ਉੱਥੇ ਸੁੱਖ ਆਸਣ ਵੀ ਨਹੀਂ ਹੈ। ਪੀੜਾ ਸਾਹਿਬ ਤੇ ਹੀ ਪ੍ਰਕਾਸ਼ ਆ ਤੇ ਪੀੜਾ ਸਾਹਿਬ ਤੇ ਹੀ ਸੁੱਖ ਆਸਣ ਆ। ਹੈਰਾਨਗੀ ਦੀ ਗੱਲ, 2200 ਏਕੜ ਜ਼ਮੀਨ ਹੋਵੇ ਜਿਸ ਸਥਾਨ ਦੀ, ਉੱਥੇ ਸੁੱਖ ਆਸਣ ਵੀ ਨਹੀਂ ਬਣਿਆ। ਫਿਰ 2200 ਏਕੜ ਦੀ ਪੈਰਵਾਈ ਤੇ ਤਖਤ ਪਟਨਾ ਸਾਹਿਬ ਦਾ ਜਿਹੜਾ ਬੋਰਡ ਉਹ ਕਰ ਰਿਹਾ ਆ, ਉਹਨਾਂ ਦੇ ਨੁਮਾਇੰਦੇ ਕਰ ਰਿਹਾ, ਪਰ ਸਾਧ ਤੇ ਪਰਚਾ ਕੌਣ ਕਰਾਊਗਾ? ਅਸੀਂ ਇੱਥੇ ਬੈਠੇ ਇਹੀ ਸੋਚਦੇ ਸੀਗੇ ਵੀ ਸ਼ਾਇਦ ਪਤਾ ਨਹੀਂ ਕਿੱਥੇ ਕੀ ਆ, ਪਰੰਤੂ ਉਹ ਜਿਹੜਾ ਸਾਰਾ ਜ਼ਮੀਨ ਦਾ ਪ੍ਰਬੰਧ ਤੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਰਾਉਣ ਦਾ ਮਾਮਲਾ ਸਾਰਾ ਉਹ ਤਖਤ ਸ੍ਰੀ ਪਟਨਾ ਸਾਹਿਬ ਦੇ ਅਧੀਨ ਹੈਗਾ। ਪਰ ਹਜੇ ਤੱਕ
परसों दे ਸਿੰਘ पहुंचे हुए आ किसे ਜਿਹੜੇ ਯੋਗ ਸ਼ਖਸੀਅਤ ਨੇ, ਜਿਹੜੇ ਅਹੁਦੇਦਾਰਾਂ ਦੇ ਜਿਹੜੇ ਮਤਲਬ ਉੱਥੇ ਰਿਪਰੈਜ਼ੈਂਟ ਕਰਦੇ ਅਹੁਦੇਦਾਰੀ ਨੂੰ, ਚਾਹੇ ਤਖਤ ਸਾਹਿਬ ਦੇ ਪ੍ਰਧਾਨ ਸਾਹਿਬ ਹੋਣ, ਚਾਹੇ ਹੈੱਡ ਗ੍ਰੰਥੀ ਸਾਹਿਬ ਹੋਣ, ਚਾਹੇ ਕੋਈ ਉੱਥੇ ਦਾ ਕੋਈ ਹੋਰ ਯੋਗ ਨੁਮਾਇੰਦਾ ਹੋਵੇ, ਕਿਸੇ ਨੇ ਹਜੇ ਤੱਕ ਹਾਂ ਦਾ ਨਹੀਂ ਨਾਰਾ ਮਾਰਿਆ। ਇਹ ਵੀ ਨਹੀਂ ਗੱਲ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਸਰੂਪ ਇੱਥੋਂ ਚੋਰੀ ਹੋਏ ਆ। ਉਹ ਕੱਲ ਗੱਲ ਹੋਈ ਸੀ, ਉਹ ਮੰਨ ਵੀ ਰਹੇ ਆ ਕਿ ਇੱਥੋਂ ਗੱਲ ਸਰੂਪ ਚੋਰੀ ਹੋਇਆ, ਪਰ ਸਾਡੀ ਨਲਾਇਕੀ ਆ। ਇੰਨੀ ਗੱਲ ਕਹਿ ਕੇ ਸਰਦਾ ਆ, ਇੰਨੀ ਗੱਲ ਕਹਿ ਕੇ ਸਰਦਾ ਆ। ਗਾਹੇ ਬਗਾਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ ਆ। ਦੇਖੋ ਮੈਂ ਰੋਣ ਆਉਂਦਾ ਆ ਉਹਨਾਂ ਸਿੰਘਾਂ ਦੀ ਗੱਲ ਸੁਣ ਕੇ ਵੀ ਕਿ ਉਹ ਬੋਰੇ 'ਚ ਪਾ ਕੇ ਤੇ ਜਦੋਂ ਲੈ ਕੇ ਆਇਆ ਆ ਸਰੂਪ, ਤੇ ਜਿਹੜੀ ਐਕਟਿਵਾ ਵਗੈਰਾ ਹੈਗੀ ਆ ਜਿਹੜੀ ਆਪਾਂ ਚਲਾਉਂਦੇ ਆ ਬਾਈਕ ਟੂ ਵੀਲਰ, ਉਹਦੇ ਮੋਰਲੇ ਪਾਸੇ ਰੱਖ ਕੇ ਪੈਰਾਂ 'ਚ ਰੱਖ ਕੇ ਲੈ ਕੇ ਆਇਆ। ਕਿੱਡੀ ਵੱਡੀ ਘੋਰ ਬੇਅਦਬੀ ਹੈਗੀ ਆ। ਤੇ ਸਦਕੇ ਜਾਵਾਂ ਮੈਂ ਉਹਨਾਂ ਗੁਰੂ ਕੇ ਦਲਾਲਾਂ ਦੇ ਵੀ ਜਿਹੜਾ ਇੱਕ ਦੁਕਾਨ ਕਰਦਾ ਹੈਗਾ ਮਾੜੀ ਮੋਟੀ ਆਹ ਕਿੱਟਾਂ ਵਗੈਰਾ ਵੇਚ ਕੇ, ਬੋਲਾਂ ਵਗੈਰਾ ਵੇਚ ਕੇ, ਆਹ ਜਿਹੜੇ ਬੈਟ ਵਗੈਰਾ ਵੇਚ ਕੇ, ਜੋ ਸੈੱਟ ਨਸ਼ਰੀ ਦਾ ਸਮਾਨ ਵਗੈਰਾ, ਤੇ ਇੱਕ ਵਿਚਾਰਾ 3 ਵੀਲਰ ਵਾਲਾ ਤੇ ਇੱਕ ਹੋਰ ਗੁਰੂ ਦਾ ਕਿਰਤੀ ਸਿੱਖ, ਉਹ ਉੱਥੇ ਪਰਸੋਂ ਚੌਥ ਦੇ ਮਤਲਬ 3-4 ਦਿਨ ਦਾ ਪੈਂਡਾ ਕੱਢ ਕੇ ਪਹੁੰਚੇ ਹੋਏ ਹੈਗੇ ਆ। ਉਲਟਾ ਉਹਨਾਂ ਨੂੰ ਨਸੀਬ ਕੀ ਹੁੰਦਾ, 57 ਦਾ ਪਰਚਾ ਨਸੀਬ ਹੋ ਰਿਹਾ ਹੈਗਾ। ਤੇ ਸੋ ਜਿਹੜੇ ਵੀਰ ਕੋਈ ਆਪਾਂ ਇਹ ਤੋਂ ਲਾਈਵ ਹੋਣ ਦਾ ਇੱਕ ਗੱਲ ਇਹ ਵੀ ਆ ਕਿ ਇੱਕ ਤਾਂ ਉਹਦੀ ਵਿਰੋਧਤਾ ਕਰੋ ਇਸ ਗੱਲ ਦੀ, ਆਪਣੇ ਅਕਾਊਂਟ ਤੋਂ ਜਿਸ ਤਰ੍ਹਾਂ ਵੀ ਹੋ ਸਕਦਾ, ਜਿੱਦਾਂ ਵੀ ਹੋ ਸਕਦਾ। ਅਸੀਂ ਕੱਲ ਦਾ ਯਤਨ ਕਰ ਰਹੇ ਹੈਗੇ ਆ ਪੀਸਫੁਲੀ ਵੀ, ਫੋਨਾਂ ਦੇ ਉੱਤੇ ਗੱਲ ਕਰਕੇ ਜਾਂ ਦੂਜੀ ਤੀਜਾ, ਪਰ ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਪ੍ਰਬੰਧਕ ਇਦੋਂ ਗੱਲ ਕਹਿਣ ਤੋਂ ਸਿਵਾ ਹੋਰ ਕੋਈ ਗੱਲ ਹੀ ਨਹੀਂ ਕਰ ਰਹੇ। ਸੋ ਉੱਥੇ ਗੁਰੂ ਨਾਨਕ ਸਾਹਿਬ ਦੀ ਜੋ ਸਿੰਘਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੀਆਂ ਉੱਥੇ ਪੋਥੀਆਂ ਹੈਗੀਆਂ ਆ, ਉਹ ਵੀ ਹੱਥ ਲਿਖਤ ਹੈਗੀਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਮਤਲਬ ਸਮੇਂ ਦੀਆਂ ਉਹ ਦੱਸੀਆਂ ਜਾ ਰਹੀਆਂ ਉਹਨਾਂ ਵੱਲੋਂ ਦੱਸਣ ਮੁਤਾਬਕ। ਤੇ ਜਿਹੜਾ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ 900 ਤੇ ਕੁਝ ਅੰਗਾਂ ਦਾ ਆ, 55 ਸ਼ਾਇਦ ਦੱਸਿਆ ਸੀ, ਮੇਰੇ ਸੁਣਨ ਚ ਫੋਨ ਚ ਭੁਲੇਖਾ ਪਿਆ, 900 ਸਮਥਿੰਗ ਆ, 1430 ਵਾਲਾ ਨਹੀਂ, ਉਹ ਵੀ ਹੱਥ ਲਿਖਤਾ। ਅਨਮੋਲ ਖਜ਼ਾਨਾ ਆ ਸਾਡਾ ਉੱਥੇ ਪਿਆ ਹੋਇਆ। ਪਰੰਤੂ ਅਫਸੋਸ ਆ ਸਾਡੇ ਤਖਤਾਂ ਦੇ ਜਥੇਦਾਰ, ਚੁਣੇ ਹੋਏ ਸਰਬੱਤ ਖਾਲਸੇ ਵਾਲੇ, ਸਾਡੇ ਪ੍ਰਚਾਰਕ, ਸਾਡੇ ਰਾਗੀ, ਸਾਡੇ ਢਾਡੀ, ਸਾਡੇ ਹਜੂਰ ਸਾਹਿਬ ਤਖਤ ਸਾਹਿਬ ਦੇ ਸਾਰਿਆਂ ਨੂੰ ਪਤਾ ਵਾ, ਪਰੰਤੂ ਚੁੱਪੀ ਧਾਰ ਕੇ ਬੈਠੇ ਹੋਏ ਆ। ਅੱਜ ਉਹ ਸਾਧ ਜਿਹੜਾ ਵਾ ਜਿਹਨੇ ਬੋਰੇ 'ਚ ਪਾਇਆ ਸੀਗਾ ਗੁਰੂ ਗ੍ਰੰਥ ਸਾਹਿਬ ਨੂੰ, ਉਹ ਦੰਦਨਾਉਂਦਾ ਫਿਰ ਰਿਹਾ ਰਾਤ ਦਾ। ਉਹਨੇ ਸਿੰਘਾਂ ਦੇ ਨਾਲ ਗਾਲੀ ਗਲੋਚ ਕਰਨ ਵੀ ਕੀਤੀ ਹੈਗੀ ਆ, ਹੱਥੋਂ ਪਾਈ ਹੋਣ ਦੀ ਕੋਸ਼ਿਸ਼ ਕੀਤੀ ਆ, ਪਰੰਤੂ ਸਿੰਘਾਂ ਦੇ ਹੱਥ ਉੱਤੇ ਬੰਨ ਲਏ ਹੋਏ ਸੀਗੇ 57 ਕਰਾ ਕੇ। ਮਤਲਬ ਮੁੱਠੀ ਪਰ ਸਿੰਘ ਹੈਗੇ ਆ, 3-4 ਦੀ ਗਿਣਤੀ ਕੀ ਹੁੰਦੀ 4 ਸਿੰਘਾਂ ਦੀ। ਜਿਹੜੇ ਉੱਥੋਂ ਬੋਰਡ ਵੱਲੋਂ ਕੋਈ ਆਏ ਸੀਗੇ, ਉਹਨਾਂ ਨੇ 30 ਕਿਲੋਮੀਟਰ ਦੂਰ ਤੋਂ ਆਏ ਸੀ ਉੱਥੋਂ, ਪਰ ਉਹਨਾਂ ਨੇ ਸਿੰਘਾਂ ਕੋਲ ਰੁਕਣਾ ਵੀ ਠੀਕ ਨਹੀਂ ਸਮਝਿਆ ਹੈਗਾ। ਤੇ ਉਹਨਾਂ ਨੇ ਇੰਨੀ ਗੱਲ ਕਹਿ ਕੇ ਤੁਰਦੇ ਬਣੇ ਭਈ ਕੋਈ ਗੱਲ ਨਹੀਂ, ਤੁਸੀਂ ਕਾਰਵਾਈ ਕਰਾਓ, ਪਰਚਾ ਹੋਣਾ ਜ਼ਰੂਰੀ ਆ, ਪਰੰਤੂ ਸਾਡਾ ਤੇ ਇਹਨਾਂ ਨਾਲ ਜ਼ਮੀਨ ਦਾ ਚੱਲ ਰਿਹਾ ਸੀ। ਮਤਲਬ 2200 ਏਕੜ ਜ਼ਮੀਨ ਤੇ ਸਾਡੇ ਕੋਲ ਆ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿੱਥੇ ਮਰਜੀ ਜਾਵੇ। ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਹੱਦ ਹੋ ਗਈ ਵੀ ਜੇ ਪੰਜਾਬ ਵਿੱਚ ਹੈਗੀ ਗੱਲ, ਪੰਜਾਬ ਵਿੱਚ ਬੇਅਦਬੀ ਹੁੰਦੀ ਆ ਤੇ ਐਸਜੀਪੀਸੀ ਨੂੰ ਕੋਈ ਪਰਵਾਹ ਨਹੀਂ, ਉਹ ਮੁਲਜ਼ਮਾਂ ਨੂੰ ਬਚਾਉਣ ਲੱਗ ਪੈਂਦੀ ਆ। ਜੇ ਅੱਜ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧ ਵਿੱਚ, ਕਿਉਂਕਿ ਪ੍ਰਬੰਧ ਵਿੱਚ ਮੈਂ ਤਾਂ ਕਹੂੰਗਾ ਕਿਉਂਕਿ ਇਹਨਾਂ ਲੋਕਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੇ ਉੱਥੇ ਆਪਦੇ ਗ੍ਰੰਥੀ ਨੂੰ ਬਿਠਾਇਆ ਹੋਇਆ ਹੈ। ਇੱਕ ਸਰੂਪ ਸਤਿਗੁਰ ਪਾਤਸ਼ਾਹ ਦਾ ਉੱਥੇ ਸੁਸ਼ੋਭਿਤ ਆ, ਪਰੰਤੂ ਜਿੱਦਣ ਉੱਥੇ ਪ੍ਰਕਾਸ਼ ਕੀਤਾ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਆਹ ਸਾਧ ਦੇ ਡੇਰੇ 'ਚ ਜਿੱਥੇ ਉਹਨਾਂ ਦੇ ਮੁਰਦੇ ਵੀ ਨੱਪੇ ਹੋਏ ਆ, ਸਾਰਾ ਕੁਝ ਕੀਤਾ ਹੋਇਆ, ਮੁਰਦਿਆਂ ਦੀਆਂ ਉਹ ਸਮਾਧੀਆਂ ਵੀ ਬਣੀਆਂ ਹੋਈਆਂ, ਵੀ ਅਸੀਂ ਇੱਥੋਂ ਮਹਾਰਾਜ ਦੇ ਸਰੂਪ ਦੀ ਇੱਥੇ ਬੇਅਦਬੀ ਹੋ ਸਕਦੀ ਆ। ਨੰਗੇ ਸਿਰ ਉਹ ਅੰਦਰ ਵੜਦੇ ਆ, ਉਹਨਾਂ ਨੂੰ ਕੋਈ ਪਾਨਾ ਬੀੜੇ ਉਹ ਚੱਬਦੇ ਆ, ਸਾਰਾ ਕੁਝ ਉਹ ਕਰਦੇ ਆ। ਉੱਥੇ 3 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ, ਪਰੰਤੂ ਬੋਰਡ ਵਾਲਿਆਂ ਨੇ ਸੋਚਿਆ ਨਹੀਂਗਾ, ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਜਾਂ ਉਹਨਾਂ ਜੋ ਵੀ ਉੱਥੇ ਦਾ ਪ੍ਰਬੰਧ ਆ, ਉਹਨਾਂ ਨੇ ਨਹੀਂ ਸੋਚਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੋਂ ਲਿਆ ਜਾਵੇ। ਤੇ ਜਿਹੜੇ ਗਏ ਹੈਗੇ ਆ ਉਹਨਾਂ ਦੀ ਕੋਈ ਹੈਲਪ ਨਹੀਂ ਕਰ ਰਿਹਾ। ਸੋ ਕਾਈਂਡਲੀ ਸਾਰਿਆਂ ਨੂੰ ਹੱਥ ਜੋੜ ਕੇ ਰਿਕੁਐਸਟ ਆ ਤੁਹਾਨੂੰ ਭਾਈ, ਵੇਖੋ ਆਪਾਂ ਨੂੰ ਜੇ ਅਸੀਂ ਇੱਥੋਂ ਫਿਜ਼ੀਕਲੀ ਚੱਲ ਕੇ ਉੱਥੇ ਪਹੁੰਚਣ ਦੀ ਗੱਲ ਕਰੀਏ ਤੇ ਸਾਨੂੰ ਵੀ 3-4 ਦਿਨ ਦਾ ਸਮਾਂ ਲੱਗੂਗਾ, ਤੇ ਜੇ ਬਾਈ ਏਅਰ ਜਾਣਾ ਹੋਵੇ ਤੇ ਸਾਡੇ ਚੋਂ ਨਹੀਂ ਸਮਰੱਥਾ ਨਹੀਂ ਹੈਗੀ ਕਿ ਅਸੀਂ ਉਹ ਇੰਨੇ ਖਰਚੇ ਜਿਹੜੇ ਕਰ ਸਕੀਏ। ਇਸ ਆਵਾਜ਼ ਨੂੰ ਇਹ ਸੁਣ ਕੇ ਤੇ ਅਣਡਿੱਠ ਨਾ ਜੇ ਕਰ ਦਿਓ।
ਇਹ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦਾ, ਕਿਉਂਕਿ ਮੈਂ ਚੈਨਲਾਂ ਰਾਹੀਂ ਵੀ ਇਹ ਗੱਲ ਨੂੰ, ਚੈਨਲ ਰਾਹੀਂ ਵੀ ਕਿਸੇ ਰਾਹੀਂ, ਜੇ ਇੱਕ ਚੈਨਲ ਰਾਹੀਂ ਕਰਦੇ ਆ ਤੇ ਦੂਜੇ ਚੈਨਲ ਵਾਲੇ ਸਾਡੇ ਸਿੱਖ ਵੀਰ ਹੀ ਹੈਗੇ ਆ, ਉਹ ਫਿਰ ਇਦਾਂ ਉਹ ਲੈ ਜਾਂਦੇ ਆ ਵੀ ਨਹੀਂ ਖਰਿਆ ਇਹਨਾਂ ਨਾਲ ਇਹਨਾਂ ਦਾ ਕੀ ਸੰਬੰਧ ਆ। ਇਸੇ ਕਰਕੇ ਭਰਾਓ ਜਿੰਨਾ ਕੁ ਵੀ ਆ ਸੁਨੇਹਾ ਪਹੁੰਚਾ ਸਕੇ ਆਪਣੇ ਅਕਾਊਂਟ ਤੋਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਜਿਹੜੀ ਗੱਲ ਵਾ ਇਹ ਸੰਗਤਾਂ ਤੱਕ ਪਹੁੰਚ ਸਕੇ। ਪੰਜਾਬ ਸਰਕਾਰ ਨੂੰ ਵੀ ਹੋਣਾ ਚਾਹੀਦਾ, ਸੈਂਟਰ ਗਵਰਨਮੈਂਟ ਨੂੰ ਵੀ ਹੋਣਾ ਚਾਹੀਦਾ ਕਿ ਸਿੱਖਾਂ ਦਾ ਐਸਟ ਜਿਹੜਾ ਅਸੀਂ ਪਾਲਕੀ ਸਾਹਿਬ ਨੂੰ ਮੋਢਾ ਦੇਣ ਨੂੰ ਤਰਸਦੇ ਹੈਗੇ ਆ, ਅਕਾਲ ਤਖਤ ਸਾਹਿਬ ਤੋਂ ਜਦੋਂ ਕੋਠਾ ਸਾਹਿਬ ਤੋਂ ਸਵੇਰੇ ਸਤਿਗੁਰੂ ਪਾਤਸ਼ਾਹ ਦੇ ਸਰੂਪ ਹੁੰਦੇ ਆ, ਦਰਬਾਰ ਸਾਹਿਬ ਪ੍ਰਕਾਸ਼, ਇੱਕ ਸਰੂਪ ਉਹ ਜਿਹਨੂੰ ਮੋਢਾ ਦੇਣ ਵਾਸਤੇ ਤਰਸਿਆ ਜਾਂਦਾ ਗੁਰੂ ਪਿਆਰਿਓ, ਇੱਕ ਸਰੂਪ ਉਹ ਜਿਹੜਾ ਬੋਰੇ ਵਿੱਚ ਪਾ ਕੇ ਤੇ ਸ਼ਰੇਆਮ ਉਹਦੇ ਨਾਲ ਖਿੱਚਾ ਧੂਈ ਕੀਤੀ ਜਾਂਦੀ ਆ ਤੇ ਮਰਿਆਦਾ ਦੀਆਂ ਧੱਜੀਆਂ ਡਾਈਆਂ ਜਾਂਦੀਆਂ, ਪਰੰਤੂ ਉਹ ਸਾਧ ਹਜੇ ਤੱਕ ਦੰਦਨਾਉਂਦਾ ਫਿਰਦਾ ਆ ਸਾਧ ਹਜੇ ਤੱਕ ਉਹਦੇ ਤੇ ਕਾਰਵਾਈ ਨਹੀਂ ਕੋਈ ਹੋਈ। ਉਲਟਾ ਜਿਹੜੇ ਸਿੰਘ ਉੱਥੇ ਗਏ ਆ ਉਹਨਾਂ ਤੇ 57 ਦਾ, ਜਿਹਨੂੰ 157 ਕਹਿੰਦੇ ਆ, 57 ਦਾ ਪਰਚਾ ਕੀਤਾ, ਉਹਨਾਂ ਨੂੰ ਬਾਉਂਡ ਕੀਤਾ ਹੋਇਆ ਹੈਗਾ। ਤੋ ਇਸ ਕਰਕੇ ਭਾਈ ਇਹ ਆਪਣੇ ਤੁਸੀਂ ਹੋਰ ਗੱਲਾਂ ਲਈ ਬਹੁਤ ਜ਼ਿਆਦਾ ਆਪਾਂ ਸਾਰੇ ਕਰਦੇ ਹੈਗੇ ਆ, ਇਹ ਧਿਆਨ ਦਿਓ, ਕਿਉਂਕਿ ਉਹਨਾਂ ਸਿੰਘਾਂ ਦੀ ਜਿਹੜੀ ਖੈਰੀਅਤ, ਜਿਹੜਾ ਉਹਨਾਂ ਦੀ ਬਚਾਅ ਵਾਸਤੇ ਫਿਜ਼ੀਕਲ ਵੀ ਉਹ ਠੀਕ ਠਾਕ ਰਹਿਣ। ਬੜਾ ਲੰਮਾ ਸਫ਼ਰ ਹੈਗਾ, ਦੂਰ ਦਾ ਸਫ਼ਰ ਆ, ਸ਼ਾਬਾਸ਼ ਹੈ ਉਹਨਾਂ ਸਿੱਧੀ ਸਿੰਘਾਂ ਦੇ ਕਿ ਜਿਹੜੀ ਉਹ ਲੋਕੇਸ਼ਨ ਨੂੰ ਵੇਖ ਕੇ 2500-2700 ਕਿਲੋਮੀਟਰ ਦੂਰ ਚਲੇ ਗਏ ਹੋਏ ਆ ਤੇ ਉੱਥੇ ਉਹਨਾਂ ਦੀ ਕੋਈ ਹੈਲਪ ਕਰਨ ਵਾਸਤੇ ਤਿਆਰ ਨਹੀਂ ਹੈਗਾ। ਜੇ ਹਜੇ ਹੁਣ ਵੀ ਇਸ ਗੱਲ ਨੂੰ ਗੁਰਦੁਆਰਾ ਪਟਨਾ ਸਾਹਿਬ ਦਾ ਬੋਰਡ ਜਿਹੜਾ ਸਾਡਾ ਤਖਤ ਸਾਹਿਬ ਆ, ਕਿਉਂਕਿ ਤਖਤਾਂ ਤੋਂ ਸਿੰਘਾਂ ਨੂੰ ਬੜੀ ਆਸ ਹੁੰਦੀ ਆ, ਤਖਤ ਸਾਹਿਬ ਦੇ ਨੁਮਾਇੰਦਿਆਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਵੀ ਕੀ ਗੱਲ ਸਾਡਾ ਕਿਉਂਕਿ ਅਸੀਂ ਉੱਥੇ ਨਤੀਸ਼ ਕੁਮਾਰ ਜੀ ਮੁੱਖ ਮੰਤਰੀ ਹੈਗੇ ਆ, ਅਸੀਂ ਕਹਿੰਦੇ ਆ ਕਿ ਉਹਨਾਂ ਨੇ ਬੜਾ ਵਧੀਆ ਮਹਾਰਾਜ ਸਾਹਿਬ ਦਾ ਪੁਰਬ ਮਨਾਇਆ ਸੀਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ, ਕਲਗੀਆਂ ਵਾਲਿਆਂ ਦਾ, ਕਿ ਉਹਨਾਂ ਦੇ ਕੰਨਾਂ ਤੱਕ ਬੋਰਡ ਵਾਲੇ ਗੱਲ ਨਹੀਂ ਪਹੁੰਚਾ ਸਕਦੇ ਕਿ ਜਿੱਦਣ ਉਹ ਤਖਤ ਸਾਹਿਬ ਤੇ ਗੁਰੂ ਸਾਹਿਬ ਦਾ ਮਨਾਇਆ ਗਿਆ ਸੀਗਾ ਪ੍ਰਕਾਸ਼ ਸ਼ਤਾਬਦੀ ਮਨਾਈ ਗਈ ਸੀਗੀ ਕਿ ਗੁਰੂ ਗ੍ਰੰਥ ਸਾਹਿਬ ਉਹੀ ਨੇ, ਉਹੀ ਗੁਰੂ ਗ੍ਰੰਥ ਸਾਹਿਬ ਨੇ ਉਹ ਜਿਨ੍ਹਾਂ ਨੂੰ ਅੱਜ ਬੋਰੇ 'ਚ ਪਾ ਕੇ ਤੇ ਪੈਰਾਂ 'ਚ ਰੋਲਿਆ ਜਾ ਰਿਹਾ ਵਾ। ਇਸ ਕਰਕੇ ਭਾਈ ਸਾਰੀਆਂ ਜਥੇਬੰਦੀਆਂ ਦੇ ਮੁਖੀਆਂ ਨੂੰ, ਸਾਰੀਆਂ ਸੰਪਰਦਾਵਾਂ ਦੇ ਮੁਖੀਆਂ ਨੂੰ, ਸਾਰੀਆਂ ਟਕਸਾਲਾਂ ਨੂੰ, ਨਿਹੰਗ ਸਿੰਘ ਜਥੇਬੰਦੀਆਂ ਨੂੰ, ਸਾਰਿਆਂ ਨੂੰ ਸਾਡੀ ਬੇਨਤੀ ਆ ਕਿ ਭਾਈ ਗੁਰੂ ਗ੍ਰੰਥ ਸਾਹਿਬ ਦਾ ਘੋਰ ਨਰਾਦਰ ਹੋਇਆ, ਉੱਥੇ ਘੋਰ ਨਰਾਦਰ ਹੋ ਰਿਹਾ ਹੈਗਾ ਤੇ ਸਿੰਘਾਂ ਨੇ ਇੱਕ ਵਾਰੀ ਜਾਨ ਤਲੀ ਤੇ ਰੱਖ ਕੇ ਮਹਾਰਾਜ ਦੇ ਸਰੂਪ ਉੱਥੋਂ ਜਿਹੜਾ ਤਖਤ ਸਾਹਿਬ ਦਾ ਗੁਰਦੁਆਰਾ ਸਾਹਿਬ, ਉੱਥੇ ਉਹਨਾਂ ਨੇ ਇੱਕ ਗੁਰੂ ਘਰ 'ਚ ਪ੍ਰਕਾਸ਼ ਕੀਤਾ ਕਮਰੇ 'ਚ, ਉੱਥੇ ਕਰ ਦਿੱਤਾ, ਪਰੰਤੂ ਉੱਥੇ ਕੋਈ ਸੌਖਾ ਨਹੀਂ, ਕੋਈ ਜਗ੍ਹਾ ਨਹੀਂ ਹੈਗੀ, ਕਿਹੜੇ ਹਾਲਾਤਾਂ 'ਚ ਕਿਵੇਂ ਹੋਣਾ, ਕੀ ਕਰਨਾ, ਇਹ ਬੜਾ ਵੱਡਾ ਚੁਣੌਤੀ ਦਾ ਵਿਸ਼ਾ ਵਾ। ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੇ ਵੀ ਪ੍ਰਬੰਧਕ ਵੀਰ ਜਾਂ ਸੁਣਦੇ ਹੈਗੇ ਇਸ ਗੱਲ ਨੂੰ, ਉਹ ਭਾਈ ਉਹਨਾਂ ਸਿੰਘਾਂ ਦਾ ਜਾ ਕੇ ਉਹਨਾਂ ਨੂੰ ਸਾਥ ਦੇਣਾ ਚਾਹੀਦਾ। ਜੇ ਤੁਹਾਡੇ ਕੋਲ ਸੁਣਨ ਵਾਲੇ ਵੀਰਾਂ ਕੋਲ ਆ ਸੋਸ਼ਲ ਮੀਡੀਆ ਰਾਹੀਂ ਜਿਹੜੇ ਵੀਰ ਸੁਣੇ, ਤੁਹਾਡੇ ਕੋਲ ਕਿਸੇ ਪ੍ਰਬੰਧਕ ਦਾ ਨੰਬਰ ਜਾਂ ਕਿਸੇ ਉੱਚ ਅਧਿਕਾਰੀ ਦਾ ਨੰਬਰ, ਕਿਸੇ ਤਰ੍ਹਾਂ ਦੀ ਵੀ ਪਹੁੰਚ ਹੈ, ਕੋਈ ਨਹੀਂ, ਇਹ ਗੁਰੂ ਕੀ ਸੇਵਾ ਹੈਗੀ ਹੈ, ਕੋਈ ਵੀ ਕਰ ਸਕਦਾ। ਕਮ ਸੇ ਕਮ ਉਹਨਾਂ ਦੇ ਕੰਨ ਖੋਲੀਏ ਕਿ ਭਾਈ ਤੁਸੀਂ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਜਿਹੜੇ ਸਾਧ ਨੇ, ਪਖੰਡੀ ਸਾਧ ਨੇ, ਘੋਰ ਅਪਮਾਨ ਕੀਤਾ ਹੈਗਾ, ਉਹਦੇ ਤੇ ਪਰਚਾ ਦਰਜ ਕਰਿਆ ਜਾਵੇ, ਉਹਨੂੰ ਜੇਲ੍ਹ 'ਚ ਭਜਾਇਆ ਜਾਵੇ ਤੇ ਸਿੰਘਾਂ ਨੂੰ ਉੱਥੋਂ ਬਾਇਜ਼ਤ ਜਿਹੜਾ ਇੱਕ ਤਰ੍ਹਾਂ ਮੈਂ ਕਹੂੰਗਾ ਰਿਹਾ ਕਰਕੇ ਆਪਣੇ ਪਰਿਵਾਰਾਂ ਵਿੱਚ ਆਉਣ ਦੀ ਜਿਹੜੀ ਉਹਨਾਂ ਨਾਲ ਗੱਲ ਕੀਤੀ ਜਾਵੇ। ਕਿਉਂਕਿ ਉਹ ਸਿੰਘ ਵਿਚਾਰੇ, ਉਹ ਕਹਿੰਦੇ ਜਿਹੜਾ ਗ੍ਰੰਥੀ ਹੈਗਾ ਪਟਨਾ ਸਾਹਿਬ ਵਾਲੇ ਵੀਰੋ, ਤੁਹਾਨੂੰ ਮੈਂ ਬੇਨਤੀ ਕਰਦਾ, ਜਿਹੜਾ ਗ੍ਰੰਥੀ ਸਿੰਘ ਹੈਗਾ ਕਹਿੰਦਾ ਜੀ ਤੁਸੀਂ ਸਰੂਪ ਤਾਂ ਸਾਧ ਵਾਲੇ ਪਾਸਿਓਂ ਲਿਆ ਕੇ ਸਾਡੇ ਵੱਲ ਸੁਸ਼ੋਭਿਤ ਕਰਦੇ ਆ, ਪਰ ਜਦੋਂ ਤੁਸੀਂ ਚਲੇ ਗਏ ਇਹ ਸਾਧ ਸਾਨੂੰ ਕੁੱਟੂਗਾ, ਸਾਡੇ ਕੋਲ ਸਰੂਪ ਲੈ ਜਾਊਗਾ। ਜਦੋਂ ਪੰਜਾਬ ਵਾਲੇ ਸਿੰਘਾਂ ਨੂੰ ਉਹ ਕਹਿ ਰਿਹਾ ਕਿ ਜਦੋਂ ਤੁਸੀਂ ਚਲੇ ਗਏ ਸਾਧ ਸਾਨੂੰ ਕੁੱਟੂਗਾ, ਸਾਧ ਸਰੂਪ ਵੀ ਲੈ ਜਾਊਗਾ, ਮੈਂ ਇੱਥੇ ਕੱਲਾ, ਨਾ ਉੱਥੇ ਸੌਖਾ ਸੰਧਾ ਪ੍ਰਬੰਧ ਆ, ਨਾ ਕੋਈ ਗੱਲ ਆ। ਹੁਣ ਸਿੰਘ ਗੱਲ ਉੱਥੇ ਦੱਸ ਸਕਦੇ ਸੀਗੇ, ਸਾਰੀ ਕੁਛ ਉਹਨਾਂ ਨੇ ਸਾਡੇ ਸਿੱਖ ਸੰਗਤਾਂ ਤੱਕ ਸਾਨੂੰ ਪਹੁੰਚਾਤੀ। ਇੱਕ ਵਾਰੀ ਜਿੰਨੀ ਜੋਗੇ ਸੀ ਉਹਨਾਂ ਨੇ ਜਾ ਕੇ ਉੱਥੋਂ ਸਰੂਪ ਲਿਆ ਕੇ ਦੂਸਰੇ ਬੰਨੇ ਕਮਰੇ ਵਿੱਚ ਸੁਸ਼ੋਭਿਤ ਕਰ ਦਿੱਤੇ ਹੋਏ ਆ। ਦਰਬਾਰ ਸਾਹਿਬ ਜਿੱਥੇ ਪਟਨਾ ਸਾਹਿਬ ਵਾਲੇ ਬੋਰਡ ਵਾਲਾ ਗ੍ਰੰਥੀ ਹੈਗਾ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਆ, ਪਰੰਤੂ ਕੰਪਾਊਂਡ ਇੱਕ ਆ, ਬਾਉਂਡਰੀ ਇੱਕ ਆ, ਚਾਰਦੀਵਾਰੀ ਇੱਕ ਆ। ਪਰ ਹੁਣ ਜੇ ਸਿੰਘ ਅੱਜ ਉੱਥੋਂ ਆ ਜਾਂਦੇ ਆ ਤੇ ਸਰੂਪ ਕਿਹੜੇ ਹਾਲਾਤਾਂ 'ਚ ਰਹਿਣਗੇ,
ਕੀ ਹੋਊਗਾ, ਕਿਉਂਕਿ ਸਾਧ ਤੇ ਕਿਹੜਾ ਕੋਈ ਪਰਚਾ ਹੋਇਆ, ਸਾਧ ਨੂੰ ਕਿਹੜਾ ਕੋਈ ਫੜ ਰਿਹਾ। ਸੋ ਇਸ ਕਰਕੇ ਭਾਈ ਸਾਧ ਨੂੰ ਫੜਾਉਣ ਵਾਸਤੇ ਅਸੀਂ ਆਵਾਜ਼ ਬੁਲੰਦ ਕਰੀਏ। ਨਿੱਕੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ, ਨਿੱਕੀਆਂ ਨਿੱਕੀਆਂ ਘਟਨਾਵਾਂ ਹੁੰਦੀਆਂ, ਅਸੀਂ ਬਹੁਤ ਕੁਝ ਕਹਿਣ ਨੂੰ ਬਹੁਤ ਕੁਝ ਕਹਿੰਦੇ ਆ। ਮੈਂ ਇਸ ਵਿੱਚ ਨਹੀਂ ਪੈਣਾ। ਅੱਜ ਮਾਮਲਾ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਰਾਦਰ ਦਾ ਹੈਗਾ। ਨਰਾਦਰ ਦਾ ਮਾਮਲਾ ਵੇਖਣਾ ਹੈਗਾ ਵੀ ਪੰਜਾਬ ਦੀ ਨੌਜਵਾਨੀਏ। ਹੁਣ ਤੁਸੀਂ ਸੋਸ਼ਲ ਮੀਡੀਆ ਤੇ ਇਹ ਕਿੰਨਾ ਕੁ ਪ੍ਰੈਸ਼ਰ ਪਾਉਂਦੇ ਹੋ, ਕਿੰਨੀ ਕੁ ਇਸ ਗੱਲ ਨੂੰ ਅੱਗੇ ਲੈ ਕੇ ਜਾਂਦੇ ਹੋ, ਕਿੰਨਾ ਕੁ ਸਾਡਾ ਗੁਰੂ ਨਾਲ ਪਿਆਰ ਆ। ਕਿਉਂਕਿ ਸਿੰਘਾਂ ਉੱਤੇ 751 ਦਾ ਪਰਚਾ ਕੀਤਾ ਹੋਇਆ ਹੈਗਾ। ਜਿਹੜਾ ਪਖੰਡੀ ਆ ਉਹ ਬਿਲਕੁਲ ਖੁੱਲ੍ਹੇਆਮ ਘੁੰਮ ਰਿਹਾ ਆ, ਖੁੱਲ੍ਹੇਆਮ, ਉਹਨੂੰ ਕੋਈ ਡਰ ਨਹੀਂ। ਉਹਨੇ ਰਾਤ ਸਿੰਘਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ, ਧਮਕਾਉਣ ਦੀ ਕੋਸ਼ਿਸ਼ ਕੀਤੀ ਆ। ਰਾਤ ਜਿਹੜੀ ਬੀਤੀ ਰਾਤ ਲੰਘ ਕੇ ਗਈ ਆ, ਸਿੰਘਾਂ ਨੇ ਕਿਨਾਰਾ ਕੀਤਾ ਆ, ਦੇਖ ਕੇ ਇੰਡੈਕਟ ਕੀਤਾ ਆ, ਉਹਦਾ ਮੰਦਾ ਚੰਗਾ ਵੀ ਸੁਣਿਆ ਆ। ਪਰ ਉੱਥੋਂ ਦਾ ਪ੍ਰਸ਼ਾਸਨ ਹਜੇ ਤੱਕ ਉਹਦੇ ਤੇ ਪਰਚਾ ਕਰਨ ਲਈ ਤਿਆਰ ਨਹੀਂ ਹੈਗਾ। ਹਜੇ ਤੱਕ ਉਹ ਸਾਧ ਬਾਹਰ ਆ। ਤੇ ਉਹ ਤੁਸੀਂ ਸਾਰਿਆਂ ਨੇ ਵੇਖਿਆ ਵੀ ਕਿੱਦਾਂ ਉਸ ਸਾਧ ਨੇ ਬੋਰੇ ਦੇ ਵਿੱਚ ਪਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਰੋਲਿਆ ਹੈਗਾ, ਕਿੱਦਾਂ ਨਰਾਦਰ ਕੀਤਾ, ਕਿੱਦਾਂ ਉਹਨਾਂ ਨੇ ਮਤਲਬ ਕਿੰਨੀ ਤੁਹੀਨ ਕੀਤੀ ਹੈਗੀ ਆ। ਹੁਣ ਇਕਜੁੱਟ ਹੋ ਕੇ ਸਾਨੂੰ ਆਵਾਜ਼ ਉਠਾਉਣ ਦੀ ਲੋੜ ਹੈਗੀ ਆ। ਸੋ ਇੰਨੀਆਂ ਬੇਨਤੀਆਂ ਦਾਸ ਨੇ ਕੀਤੀਆਂ ਹੈਗੀਆਂ। ਇਹ ਜਿਹੜੀ ਗੱਲ ਆ ਇਹਨੂੰ ਤੁਸੀਂ ਅੱਗੇ ਹੋਰ ਸੰਗਤ ਤੱਕ ਵੀ ਪਹੁੰਚਾ ਸਕਦੇ ਹੋ। ਪਹੁੰਚਾਉਣ ਦਾ ਇੱਕੋ ਇੱਕ ਮਕਸਦ ਹੈਗਾ ਕਿ ਉਸ ਪਖੰਡੀ ਸਾਧ ਦੇ ਉੱਤੇ ਸੋਸ਼ਲ ਮੀਡੀਆ ਰਾਹੀਂ ਦਬਾਅ ਪਾ ਕੇ ਸਾਰਾ ਇਹ ਆਪਾਂ ਪਰਚੇ ਵਾਲੇ ਬੰਨੇ ਨੂੰ ਲੈ ਕੇ ਚੱਲੀਏ। ਕਿਉਂਕਿ ਹਜੇ ਤੱਕ ਉਹਦੇ ਤੇ ਪਰਚਾ ਨਹੀਂ ਹੋਇਆ। ਤੇ ਜਿੰਨਾ ਚਿਰ ਉਹ ਬਾਹਰ ਫਿਰਦਾ ਹੈਗਾ, ਜੇ ਸਾਡੇ ਸਿੰਘ ਉੱਥੇ ਚਲੋ ਥੋੜਾ ਬਹੁਤਾ ਕਰਕੇ ਆਖਰਕਾਰ ਸਿੰਘਾਂ ਨੇ ਘਰ ਮੁੜਨਾ ਨਾ, ਉਦੋਂ ਬਾਅਦ ਜੇ ਉਹ ਗ੍ਰੰਥੀ ਸਿੰਘ ਦੇ ਕਹਿਣ ਮੁਤਾਬਕ ਵੀ ਇਹ ਮੈਂ ਕੱਲਾ ਜੀ, ਮੈਨੂੰ ਤੇ ਇਹ ਕੁੱਟੂਗਾ ਤੇ ਮੈਨੂੰ ਮਾਰੂਗਾ, ਮੇਰੇ ਨਾਲ ਤੇ ਮੇਰਾ ਪਟਨਾ ਸਾਹਿਬ ਤਖਤ ਪਟਨਾ ਸਾਹਿਬ ਦੀ ਕਮੇਟੀ ਵੀ ਨਹੀਂ ਖੜਦੀ, ਉਹ ਆ ਹੀ ਨਹੀਂ ਰਿਹਾ ਕੋਈ ਇੱਥੇ। ਤੋ ਇੱਥੇ ਤਖਤ ਸਾਹਿਬ ਦਾ ਮਤਲਬ ਐਡਾ ਵੱਡਾ ਪ੍ਰਬੰਧ ਆ, ਉੱਥੋਂ 2-4-5 ਸਿੰਘਾਂ ਦੀ ਉਹਨਾਂ ਨੂੰ ਡਿਊਟੀ ਉੱਤੇ ਲਾਉਣੀ ਚਾਹੀਦੀ, ਉੱਤੇ ਜਾਣਾ ਚਾਹੀਦਾ। ਕਿਉਂਕਿ ਜੇ ਅਸੀਂ 2200 ਏਕੜ ਜ਼ਮੀਨ ਨੂੰ ਸੰਭਾਲਣ ਦੀ ਗੱਲ ਕਰਦੇ ਹਾਂ, ਕੱਲ ਜਿਹੜੇ ਸਿੰਘ ਆਏ ਉੱਥੇ ਐਸਡੀਐਮ ਜਿਹੜੇ ਮੌਕੇ ਦੇ ਸੀ, ਉਹਨਾਂ ਨੇ ਇਹ ਗੱਲ ਕਰਕੇ ਚਲੇ ਗਏ, ਸਾਰਾ ਕੁਝ ਕਰਕੇ ਚਲੇ ਗਏ। ਪਰੰਤੂ ਗੁਰੂ ਗ੍ਰੰਥ ਸਾਹਿਬ ਦੀ ਟਹਿਲ ਸੇਵਾ ਤੇ ਸੇਵਾ ਸੰਭਾਲ ਕੌਣ ਕਰੇਗਾ, ਇਹ ਸਵਾਲ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਦਿੱਤਾ ਅਸੀਂ ਖਾਂਦੇ ਆ, ਉਹਦੀ ਕਿਰਪਾ ਨਾਲ ਅਸੀਂ ਜਿਉਣੇ ਹੈਗੇ ਆ, ਉਹਦੀ ਕਿਰਪਾ ਨਾਲ ਸਾਰਾ ਕੁਝ ਹੋ ਰਿਹਾ ਹੈਗਾ। ਪਰੰਤੂ ਜੇ ਅਸੀਂ ਅੱਜ ਵੀ ਢਿੱਲੇ ਪੈ ਗਏ, ਜੇ ਅਸੀਂ ਅੱਜ ਵੀ ਇਹ ਗੱਲ ਨੂੰ ਨਾ ਚੱਕਿਆ, ਜਾਂ ਮੇਰੇ ਨੌਜਵਾਨ ਵੀਰਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਨੂੰ ਨਾ ਕੀਤਾ, ਤੇ ਫਿਰ ਅਸੀਂ ਵੀ ਦੇਣਦਾਰ ਹੋਵਾਂਗੇ। ਆਓ ਸਾਰੇ ਅਰਦਾਸ ਕਰੀਏ ਤੇ ਉਹਨਾਂ ਵੀਰਾਂ ਦੀ ਸਪੋਰਟ ਕਰੀਏ ਜਿਹੜੇ ਐਡੀ ਲੰਮੀ ਵਾਟ ਕੱਢ ਕੇ ਉੱਥੇ ਗਏ ਹੋਏ ਆ, ਤੇ ਉਹਨਾਂ ਨੂੰ ਸੱਚੇ ਪਾਤਸ਼ਾਹ ਸਹੀ ਸਲਾਮਤ ਆਪਣੇ ਘਰ ਲੈ ਕੇ ਆਉਣ ਦਾ ਜਿਹੜੀ ਸਮਰੱਥਾ ਬਖਸ਼ਣ, ਉਹਨਾਂ ਨੂੰ ਬਲ ਬਖਸ਼ਣ। ਉਹ ਆਪਣੇ ਘਰਾਂ ਵਿੱਚ, ਆਪਣੇ ਬੱਚਿਆਂ ਵਿੱਚ, ਆਪਣੇ ਪਰਿਵਾਰਾਂ ਵਿੱਚ ਸੁੱਖ ਸੁਬੀਲੀ ਨਾ ਆਉਣ। ਤੇ ਜਿਹੜਾ ਉਹ ਗ੍ਰੰਥੀ ਸਿੰਘ ਹੈਗਾ ਆ, ਉਹ ਵਾਹਿਗੁਰੂ ਪਖੰਡੀ ਸਾਧ ਹੈਗਾ, ਜਿਹਨੇ ਇੰਨੀ ਵੱਡੀ ਤੁਹੀਨ ਕੀਤੀ ਆ, ਜਿਹਨੇ ਐਡਾ ਵੱਡਾ ਘੋਰ ਅਪਮਾਨ ਕੀਤਾ ਵਾ, ਉਹਨੂੰ ਸਲਾਖਾਂ ਦੇ ਅੰਦਰ ਕਰਾਈਏ। ਕਿਉਂਕਿ ਅਸੀਂ ਵਿਸਾਰੀ ਬੈਠੇ ਆ ਇਹ ਗੱਲ ਨੂੰ, ਅਸੀਂ ਭੁਲਾਈ ਬੈਠੇ ਗੱਲ ਨੂੰ, ਅਸੀਂ ਇਹਨੂੰ ਛੋਟੀ ਕਰਕੇ ਵੇਖਦੇ ਹੈਗੇ ਆ। ਕਿਉਂਕਿ ਛੋਟੀਆਂ ਘਟਨਾਵਾਂ ਹੋ ਜਾਂਦੀਆਂ ਤੇ ਅਸੀਂ ਅਸਮਾਨ ਸਿਰ ਤੇ ਚੱਕ ਲੈਂਦੇ ਆ ਕਿ ਕੀ ਹੋ ਗਿਆ। ਕਿਸੇ ਬੰਦੇ ਦੇ ਝਰੀਟ ਆ ਜਾਏ ਤਾਂ ਅਸੀਂ ਕਹਿੰਦੇ ਆ ਕਿ ਇੰਨਾ ਕੀ ਹੋ ਗਿਆ। ਗੁਰੂ ਗ੍ਰੰਥ ਸਾਹਿਬ ਬੋਰੇ ਵਿੱਚ ਪਾਇਆ ਵਾ, ਗੁਰੂ ਗ੍ਰੰਥ ਸਾਹਿਬ ਬੋਰੇ ਵਿੱਚ ਪਾਇਆ, ਔਰ ਸ਼ਰੇਆਮ ਦਿਖਾਇਆ ਵੀ ਆ, ਦੇਖਿਆ ਵੀ ਆ ਤੁਸੀਂ। ਪਰੰਤੂ ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦ ਨਾ ਆਇਆ। ਵੀਰੋ, ਸਾਨੂੰ ਦਰਦ ਨਹੀਂ ਆ ਰਿਹਾ, ਬੋਲ ਕੋਈ ਨਹੀਂ ਰਿਹਾ, ਕੋਈ ਨਹੀਂ ਵੇਖ ਰਿਹਾ, ਕੋਈ ਕੁਝ ਨਹੀਂ ਕਹਿ ਰਿਹਾ। ਮਤਲਬ ਅਸੀਂ ਜੇ ਇੰਨਾ ਹੋਰ ਗੱਲਾਂ ਨੂੰ ਸੋਸ਼ਲ ਮੀਡੀਆ ਤੇ ਵਾਰ ਸਕਦੇ ਹਾਂ, ਇਸ ਗੱਲ ਨੂੰ ਵੀ ਅੱਗੇ ਲੈ ਕੇ ਜਾਈਏ। ਕਿਉਂਕਿ ਵਾਰ-ਵਾਰ ਨਵੇਂ ਵੀ ਵੀਰ ਜੁੜ ਰਿਹਾ ਤੇ ਵਾਰ-ਵਾਰ ਮੈਨੂੰ ਰਿਪੀਟ ਇਹੀ ਤਾਂ ਹੀ ਕਰਨਾ ਪੈ ਰਿਹਾ ਵਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੂਪ ਜਿਹੜੇ ਬੋਰੇ ਵਿੱਚ ਸਾਧ ਨੇ ਪਾਏ ਸੀਗੇ, ਉੱਥੇ ਸਿੰਘ ਪਹੁੰਚੇ ਹੋਏ ਆ। 25-27 ਕਿਲੋਮੀਟਰ ਦਾ ਉਹ ਏਰੀਆ, ਰਜ਼ੌਲੀ ਪਿੰਡ ਆ ਤੇ ਨਵਾਦਾ ਜ਼ਿਲ੍ਹਾ ਆ ਸ਼ਾਇਦ ਬਿਹਾਰ ਦਾ, ਨਵਾਦਾ ਇਦਾਂ ਕਰਕੇ। ਬੇਟਾ ਦਿਖਾਈ ਮਾੜਾ ਇਹਦੇ ਵਿੱਚ ਕੱਢਿਓ, ਮੈਂ ਵੇਖਣਾ। ਉਹ ਮਤਲਬ ਸਾਰਾ ਸੰਗਤ ਨੂੰ ਮੈਂ ਦੱਸ ਵੀ ਸਕਾਂ, ਕਿਉਂਕਿ ਕਈ ਵਾਰ ਹੋ ਸਕਦਾ ਉੱਥੇ ਪ੍ਰੇਮੀ ਜਿਹੜੇ ਹੈਗੇ ਆ, ਦਰਦੀ ਵੀਰ ਹੈਗੇ ਆ ਜਿਹੜੇ, ਉਹ ਉੱਥੇ ਪਹੁੰਚ ਸਕਦੇ ਆ। ਪਤਾ ਸਾਰਿਆਂ ਨੂੰ ਹੁਣ ਲਗਭਗ ਲੱਗ ਚੁੱਕਾ ਆ ਕਿ ਇਹ ਬਿਹਾਰ ਵਿੱਚ ਹੋਈ ਆ ਘਟਨਾ। ਪਟਨਾ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਸਾਡਾ ਜਿਹੜਾ ਤਖਤ ਹੈਗਾ ਵਾ, ਉੱਥੇ ਦੀ ਇਹ ਗੱਲ ਹੈਗੀ ਆ। WhatsApp ਉੱਥੇ ਦੀ ਗੱਲ ਹੈਗੀ ਆ, ਉੱਥੇ ਦੇ ਪ੍ਰਬੰਧ, ਉਸ ਪ੍ਰਬੰਧ ਨੂੰ ਪਤਾ, ਇਹ ਨਹੀਂ ਕਿ ਨਹੀਂ ਪਤਾ। ਕੱਲ ਸਾਡੀ ਫੋਨ ਤੇ ਗੱਲ ਹੋਈ ਸੀਗੀ, ਉੱਥੇ ਦੇ ਪ੍ਰਬੰਧ ਦੇ ਵੀਰ ਜਿਹੜੇ ਇਹ ਗੱਲ ਮੰਨ ਰਹੇ ਸੀਗੇ ਕਿ ਸਾਨੂੰ ਪਤਾ ਆ, ਸਾਡੇ ਧਿਆਨ ਵਿੱਚ ਆ। ਪਰ ਅਫਸੋਸ
ਜੇ ਤੁਹਾਡੇ ਧਿਆਨ ਵਿੱਚ ਸੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਕਿਉਂ ਰਹਿਣ ਦਿੱਤਾ ਗਿਆ? ਉੱਥੇ ਦੇ ਜਿਹੜੇ ਐਸਐਸਪੀ ਹੈਗੇ ਆ ਉਹਨਾਂ ਦਾ ਨੰਬਰ ਹੈਗਾ ਵਾ 9431822975 9431822975। ਉੱਥੋਂ ਦੇ ਐਸਐਸਪੀ ਸਾਹਿਬ ਦਾ ਨੰਬਰ ਹੈਗਾ ਆ 9431822975। ਐਸਐਸਪੀ ਗੌਰਵ ਮੰਗਲ, ਬਿਹਾਰ, ਸ਼ਹਿਰ ਨਵਾਦਾ ਤੇ ਪਿੰਡ ਹੈਗਾ ਰਜੌਲੀ, ਜ਼ਿਲ੍ਹਾ ਨਵਾਦਾ। ਇਹ ਬਿਹਾਰ ਵਿੱਚ ਆਪਣੇ ਸਿੰਘ ਹੈਗੇ ਆ। ਸੋ ਇਸ ਕਰਕੇ ਭਾਈ ਜਿਹੜੇ ਵੀ ਸਿੰਘ ਆਪਣਾ ਆਪ ਤੁਸੀਂ ਨਵੀਆਂ ਸੰਗਤਾਂ ਜੁੜੀਆਂ ਹੈਗੀਆਂ ਇਹਦੇ ਨਾਲ, ਆਪਾਂ ਐਸਐਸਪੀ ਸਾਹਿਬ ਦਾ ਨੰਬਰ ਇਹਦੇ ਵਿੱਚ ਬੋਲ ਦਿੱਤਾ ਹੋਇਆ ਹੈਗਾ। ਤੇ ਜਿਹੜੇ ਆਪਣੇ ਸਿੰਘ ਉੱਥੇ ਗਏ ਹੋਏ ਆ ਉਹਨਾਂ ਦਾ ਵੀ ਤੁਹਾਡੇ ਕੋਲ ਭਾਈ ਦਵਿੰਦਰ ਸਿੰਘ ਮਕੇਰੀਆਂ ਵਾਲੇ ਉੱਥੇ ਪਹੁੰਚੇ ਹੋਏ ਆ, ਤੁਹਾਡੇ ਕੋਲ ਉਹਨਾਂ ਦੇ ਨੰਬਰ ਹੋਣਗੇ। ਮੈਂ ਕੋਸ਼ਿਸ਼ ਕਰਦਾ ਉਹਨਾਂ ਦਾ ਵੀ ਨੰਬਰ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦਾ, ਇੱਥੇ ਮਤਲਬ ਮੈਂ ਤੁਹਾਨੂੰ ਬੋਲਦਾ ਆ। ਪਰ ਗੱਲ ਇਹ ਆ ਕਿ ਵੱਧ ਤੋਂ ਵੱਧ ਜਿਹੜੀ ਗੱਲ ਇਹਨੂੰ ਵੱਡੀ ਕੀਤਾ ਜਾਵੇ। ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਸਰੂਪ ਆ ਉਹ ਬੋਰੇ ਵਿੱਚ ਪਾ ਦੇਣਾ ਤੇ ਭਾਵਨਾ ਸਾਡੀ ਭੜਕਣੀ ਨਹੀਂ। ਸਾਡੀਆਂ ਭਾਵਨਾ ਨਹੀਂ ਭੜਕੀਆਂ ਹਜੇ। ਜੇ ਇੱਥੇ ਕੋਈ ਪਾਰਟੀ ਦਾ ਅਖੌਤੀ ਲੀਡਰ ਕਿਸੇ ਦੀ ਪਾਰਟੀ ਹਾਰ ਜਾਵੇ ਤੇ ਸਾਡੀਆਂ ਕੌਮੀ ਮਤਲਬ ਜਥੇਦਾਰਾਂ ਦੀਆਂ ਭਾਵਨਾ ਭੜਕਦੀਆਂ, ਨਾ ਬਿਹਾਰ ਤਖਤ ਦੀਆਂ ਭਾਵਨਾ ਭੜਕੀਆਂ ਹਜੇ, ਉੱਥੇ ਦੇ ਜਿਹੜੇ ਪ੍ਰਬੰਧਕ ਉਹਨਾਂ ਦੀਆਂ ਵੀ ਭਾਵਨਾ ਨਹੀਂ ਭੜਕੀਆਂ। ਉਹ ਮਾਮਲੇ ਨੂੰ ਗੋਲ-ਮੋਲ ਕਰਨ ਤੇ ਲੱਗੇ ਹੋਏ ਆ। ਉਲਟਾ ਸਿੰਘਾਂ ਤੇ 157 ਦਾ ਪਰਚਾ ਪਾ ਕੇ ਤੇ ਉਹਨਾਂ ਨੂੰ ਰਾਤ ਦਾ ਬਾਉਂਡ ਕੀਤਾ ਹੋਇਆ ਹੈਗਾ। ਪਰੰਤੂ ਜਿਹੜੇ ਬੰਦੇ ਨੇ ਬੇਅਦਬੀ ਕੀਤੀ ਆ ਉਹ ਤੇ ਕੋਈ ਪਰਚਾ ਨਹੀਂ ਹੈ, ਕੋਈ ਪਰਚਾ ਨਹੀਂ ਹੋਇਆ। ਸੋ ਇਸ ਕਰਕੇ ਵੀਰੋ, ਭਾਈ ਦਵਿੰਦਰ ਸਿੰਘ ਹੁਣਾਂ ਦਾ ਵੀ ਨੰਬਰ ਮੈਂ ਤੁਹਾਨੂੰ ਦੇਣਾ ਹੈਗਾ 826441। ਭਾਈ ਦਵਿੰਦਰ ਸਿੰਘ ਹੁਣਾਂ ਦਾ ਨੰਬਰ 826441 8192। 826441 8192 ਭਾਈ ਦਵਿੰਦਰ ਸਿੰਘ ਹੁਣਾਂ ਦਾ ਨੰਬਰ ਆ। ਐਸਐਸਪੀ ਸਾਹਿਬ ਦਾ ਉੱਥੋਂ ਦਾ ਮੈਂ ਨੰਬਰ ਤੁਹਾਨੂੰ ਦੇ ਦਿੱਤਾ। ਪਰੰਤੂ ਮੇਰੀ ਇੱਕੋ ਹੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਦੇ ਅਕਾਊਂਟ ਤੋਂ ਜਿੰਨੇ ਸੁਣ ਰਹੇ ਹੋ ਅੱਗੇ ਇਹਨੂੰ ਸ਼ੇਅਰ ਕਰਕੇ ਵੀ ਇਹ ਜਿਹੜੀ ਸਰਕਾਰਾਂ ਤੱਕ ਗੱਲ ਪਹੁੰਚਾਈਏ, ਉੱਥੋਂ ਦੇ ਪ੍ਰਸ਼ਾਸਨ ਤੱਕ ਗੱਲ ਪਹੁੰਚਾਈਏ। ਜਿਹੜੀ ਮੈਨੇਜਮੈਂਟ ਕਮੇਟੀ ਹੈਗੀ ਆ ਗੁਰਦੁਆਰਾ ਸਾਹਿਬ ਦੀ, ਉਹ ਹਿੱਤ ਸਾਹਿਬ ਇੱਥੇ ਹੋਰ ਗੱਲਾਂ ਦਾ ਬਿਆਨ ਦਿੰਦੇ ਥੱਕਦੇ ਨਹੀਂ ਹੈਗੇ। ਪਰੰਤੂ ਕੱਲ ਦਾ ਕੋਈ ਕਿਸੇ ਦਾ ਮੂੰਹ ਨਹੀਂ ਖੁੱਲਿਆ ਇਸ ਗੱਲ ਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਏਡੀ ਵੱਡੀ ਤੁਹੀਨ ਹੋ ਗਈ, ਏਡੀ ਵੱਡੀ ਬੇਅਦਬੀ ਹੋ ਗਈ। ਬੇਅਦਬੀ ਕਰਕੇ ਵੀ ਸਾਧ ਰਾਤ ਦਾ ਜਿਹੜਾ ਉਹ ਮੰਦ ਸ਼ਬਦਾਵਲੀ ਸਿੰਘਾਂ ਨੂੰ ਬੋਲ ਰਿਹਾ ਹੈਗਾ, ਮੰਦਾ ਚੰਗਾ ਬੋਲ ਰਿਹਾ ਉੱਥੇ। ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਇਹ ਗੱਲ ਕਰਨ ਦੀ ਉਹਦੀ ਕੋਸ਼ਿਸ਼ ਹੈ ਵੀ ਇਹ ਝਗੜਾ ਕਰਨ। ਜਦੋਂ ਝਗੜਾ ਕਰਨਗੇ ਤਾਂ ਸਾਡਾ ਇੱਥੇ ਬੋਲਬਾਲਾ ਹੈਗਾ ਆ, ਕਿਉਂਕਿ ਤੇ ਇਹਨਾਂ ਦੇ ਪਰਚਾ ਕਰਾਵਾਂ, ਇਹਨਾਂ ਨੂੰ ਅੰਦਰ ਉਲਟਾ ਕਰਾਈਏ। ਸੋ ਇਸ ਕਰਕੇ ਸਿੰਘ ਵਿਚਾਰੇ ਮੁਸੀਬਤ 'ਚ ਵੀ ਹੈਗੇ ਆ। ਉਹਨਾਂ ਦੀ ਜੇ ਕੋਈ ਲਾਗੇ ਵਾਲੇ ਸੁਣਨ ਵਾਲੇ ਆ ਜਾਂ ਕਿਉਂਕਿ ਤਾਂ ਹੀ ਇਹ ਕੀਤਾ ਹੈਗਾ ਕਿ ਤੁਸੀਂ ਜਿੱਥੋਂ ਤੱਕ ਆਪਣੀ ਪਹੁੰਚ ਹੈਗੀ ਹੈ ਇਸ ਗੱਲ ਨੂੰ ਅੱਗੇ ਲਿਜਾ ਕੇ ਉਹ ਇਸ ਗੱਲ ਨੂੰ ਅੱਗੇ ਲਿਜਾ ਕੇ ਤਾਂ ਕਿ ਦਬਾਅ ਬਣਾਇਆ ਜਾ ਸਕੇ ਸੋਸ਼ਲ ਮੀਡੀਆ ਤਾਈਂ। ਜੇ ਨਹੀਂ ਕੋਈ ਗੱਲ ਬਣਦੀ ਤੇ ਆਪਾਂ ਕੋਈ ਇਹੋ ਜਿਹੀ ਸਟ੍ਰੈਟਜੀ ਬਣਾਈਏ ਸਾਰੇ ਜਾਣੇ ਰਲ ਮਿਲ ਕੇ। ਮੇਰਾ ਨੰਬਰ ਤਾਂ ਲਗਭਗ ਤੁਹਾਡੇ ਕੋਲ ਹੋਊਗਾ, ਤੁਸੀਂ ਸਾਰੇ ਜਾਣੇ ਆਪਣੀ ਰਾਏ ਦੇ ਸਕਦੇ ਹੋ ਕਿ ਆਪਾਂ ਕਰਨਾ ਕੀ ਹੈ। ਫਿਰ ਨਹੀਂ, ਜੇ ਨਹੀਂ ਕੋਈ ਗੱਲ ਹੁੰਦੀ ਤੇ ਫਿਰ ਖੀਰੀ ਆਪਾਂ ਨੂੰ ਉਧਰ ਨੂੰ ਸਾਰਿਆਂ ਨੂੰ ਚਾਲੇ ਮਾਰਨੇ ਪੈਣਗੇ। ਕਿਉਂਕਿ ਜੇ ਨਹੀਂ ਕੋਈ ਗੱਲ ਬਣਦੀ ਜਾਂ ਕੋਈ ਗੱਲ ਆਉਂਦੀ ਆ ਤੇ ਫਿਰ ਆਪਾਂ ਨੂੰ ਕੋਈ ਪ੍ਰੋਗਰਾਮ ਲੀਕ ਕੇ ਚਾਲੇ ਮਾਰਨ ਦੀ ਵੀ ਜੇ ਲੋੜ ਪੈਂਦੀ ਆ ਤੇ ਤਿਆਰ ਰਹਿਣ ਦੀ ਗੱਲ ਹੈਗੀ ਆ। ਸੋ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕਾਂ ਆਸ ਕਰਦਾ ਵਾਂ ਕਿ ਤੁਸੀਂ ਇਸ ਗੱਲ ਨੂੰ ਸਾਰੇ ਜਾਣੇ ਧਿਆਨ ਦੇ ਨਾਲ, ਸੰਜੀਦਗੀ ਦੇ ਨਾਲ ਅੱਗੇ ਲੈ ਕੇ ਜਾਓਗੇ ਤਾਂ ਕਿ ਜਿਹੜੇ ਸਿੰਘ ਵਿਚਾਰੇ ਉੱਥੇ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਛੱਡ ਕੇ ਗਏ ਆ ਉਹਨਾਂ ਦਾ ਵੀ ਸਹੀ ਸਲਾਮਤ ਘਰ ਆਉਣਾ ਠੀਕ ਜ਼ਰੂਰੀ ਹੈਗਾ। ਤੇ ਜਿਹੜਾ ਉਹ ਦੋਸ਼ੀ ਆ ਉਹਦੇ ਤੇ ਵੀ ਬਣਦੀ ਕਾਰਵਾਈ ਕਰਵਾਉਣੀ ਸਾਡਾ ਸਾਰਿਆਂ ਦਾ ਫਰਜ਼ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।